ਸਭ ਦੇ ਵਿਚਾਲੇ ਆਬਕਾਰੀ ਨੀਤੀ ਨੂੰ ਲੈ ਕੇ ਮਨਜਿੰਦਰ ਸਿਰਸਾ ਦਾ ਵੱਡਾ ਇਲਜ਼ਾਮ ਸਾਹਮਣੇ ਆਇਆ। ਮਨਜਿੰਦਰ ਸਿਰਸਾ ਨੇ ਆਮ ਆਦਮੀ ਪਾਰਟੀ ਨੂੰ ਘੇਰਿਆ। ਮਨੀਸ਼ ਸਿਸੋਦੀਆ ਦੇ ਘਰ ਬੈਠ ਕੇ ਪੰਜਾਬ ਲਈ ਪਾਲਿਸੀ ਬਣੀ, ਖਾਸ ਲੋਕਾਂ ਨੂੰ ਫਾਇਦਾ ਦੇਣ ਦੇ ਲਈ ਪਾਲਿਸੀ ਬਣੀ। ਸਿਰਸਾ ਨੇ ਕੇਜਰੀਵਾਲ ਤੇ ਮਾਨ ਨੂੰ ਚੁਣੌਤੀ ਦਿੱਤੀ। ਮੈਂ ਗਲਤ ਕਹਿ ਰਿਹਾ ਤਾਂ ਕੇਸ ਕਰਨ। ਸਿਰਸਾ ਨੇ ਸਿੱਧੇ ਤੌਰ ਤੇ ਜਿਹੜਾ ਹੈਗਾ ਚੁਣੌਤੀ ਦਿੱਤੀ ਹੈ ਭਗਵੰਤ ਮਾਨ ਨੂੰ ਤੇ ਅਰਵਿੰਦ ਕੇਜਰੀਵਾਲ ਨੂੰ। ਮਨਜਿੰਦਰ ਸਿੰਘ ਸਿਰਸਾ ਦਾ ਇਹ ਵੱਡਾ ਬਿਆਨ ਹੈ। ਪੰਜਾਬ ਦੇ ਵਿੱਚ ਆਬਕਾਰੀ ਪਾਲਿਸੀ ਨੂੰ ਲੈ ਕੇ ਸਿਰਸਾ ਦਾ ਇਹ ਵੱਡਾ ਇਲਜ਼ਾਮ ਜਿਹੜਾ ਹੈਗਾ ਉਹ ਸਾਹਮਣੇ ਆਇਆ ਤੇ ਸਵਾਲ ਜਿਹੜੇ ਹੈਗੇ ਉਹ ਖੜੇ ਕੀਤੇ ਨੇ ਉਹਨਾਂ ਨੇ। ਸਵਾਲ ਇਹ ਖੜੇ ਕੀਤੇ ਨੇ ਕਿ ਮਨੀਸ਼ ਸਿਸੋਦੀਆ ਦੇ ਘਰ ਬੈਠ ਕੇ ਪੰਜਾਬ ਦੇ ਲਈ ਜਿਹੜਾ ਹੈਗਾ ਉਹ ਪਾਲਿਸੀ ਬਣੀ ਹੈ ਤੇ ਕੁਝ ਲੋਕਾਂ ਨੂੰ ਲਾਹਾ ਦੇਣ ਦੇ ਲਈ ਇਹ ਪਾਲਿਸੀ ਜਿਹੜੀ ਹੈਗੀ ਉਹ ਬਣਾਈ ਗਈ ਹੈ। ਸਾਡੇ ਨਾਲ ਇਸ ਵੇਲੇ ਖੁਦ ਮਨਜਿੰਦਰ ਸਿਰਸਾ ਸਾਹਿਬ ਜੁੜ ਰਹੇ ਨੇ। ਸਿਰਸਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਭ ਤੋਂ ਪਹਿਲਾਂ ਤਾਂ ਤੇ ਆਬਜੈਕਸ਼ਨਸ ਅਸਲ ਵਿੱਚ ਕੀ ਨੇ? ਸਰਕਾਰ ਤਾਂ ਦਾਅਵੇਦਾਰੀ ਕਰ ਰਹੀ ਹੈ ਕਿ ਅਸੀਂ ਲਾਹੇਵੰਦ ਬਣਾ ਰਹੇ ਹਾਂ, ਸੂਬੇ ਦਾ ਮਾਲੀਆ ਜਿਹੜਾ ਹੈਗਾ ਉਹਨੂੰ ਵਧਾ ਲਵਾਂਗੇ ਕਿਸੇ ਤਰੀਕੇ ਕਰਕੇ। ਤੁਹਾਡੇ ਆਬਜੈਕਸ਼ਨਸ ਕੀ ਨੇ? ਦੇਖੋ, ਸੂਬੇ ਦਾ ਤੇ ਕੀ ਵਧੇਗਾ ਮੈਨੂੰ ਨਹੀਂ ਪਤਾ, ਲੇਕਿਨ ਇਹਨਾਂ ਦਾ ਜ਼ਰੂਰ ਵਾਧਾ ਪਿਆ ਹੈ। ਤੁਹਾਨੂੰ ਪਹਿਲਾਂ ਦੱਸਣਾ ਚਾਹੁੰਦਾ ਹਾਂ ਕਿ ਜਿਹੜੀ ਇਹ ਪਾਲਿਸੀ ਆ, ਮੈਂ ਤੁਹਾਨੂੰ ਦੱਸਾਂ ਕਿ ਇਹ L1 ਦੇ ਆਸ-ਪਾਸ ਸਾਰੀ ਗੇਮ ਕਮਾਈ ਗਈ ਆਪਣੇ ਨਿੱਜੀ ਪ੍ਰੋਫਿਟ ਵਾਸਤੇ। ਪਹਿਲਾਂ ਇਹ ਦਿੱਲੀ ਅੰਦਰ ਸੇਮ ਪਾਲਿਸੀ ਲੈ ਕੇ ਆਂਦੀ ਗਈ। ਤੁਸੀਂ ਹੈਰਾਨ ਹੋਗੇ ਕਿ ਦੇਸ਼ ਦੇ ਅੰਦਰ ਪਹਿਲੀ ਵਾਰ ਕੋਈ ਸਰਕਾਰ ਆ ਜਿਹੜੀ ਤੈਅ ਕਰ ਰਹੀ ਆ ਕਿ ਜੀ L1 ਸਿਰਫ ਇੱਕ ਬੰਦੇ ਨੂੰ, ਇਹਦੇ ਅੰਦਰ ਕੌਣ ਇਨਵੋਲਵ ਆ? ਸ਼ਰਾਬ ਪਾਲਿਸੀ ਅੰਦਰ ਇੱਕ ਤੇ ਫੈਕਟਰੀ ਇਨਵੋਲਵ ਆ ਜਿਹੜੀ ਸ਼ਰਾਬ ਬਣਾਉਂਦੀ ਆ, ਫਿਰ ਹੋਲਸੇਲ ਇਨਵੋਲਵ ਆ ਜਿਹੜਾ ਸ਼ਰਾਬ ਹੋਲਸੇਲ ਦੀ ਖਰੀਦ ਕੇ ਤੇ ਅੱਗੇ ਰਿਟੇਲਰਾਂ ਨੂੰ ਦਿੰਦਾ ਹੈ, ਫਿਰ ਰਿਟੇਲਰ ਇਨਵੋਲਵ ਆ ਜਿਹੜੇ ਠੇਕੇ ਖੋਲਦੇ ਨੇ। ਇਹ ਸਾਰੇ ਪ੍ਰਕਿਰਿਆ ਦੇ ਅੰਦਰ ਆਮ ਆਦਮੀ ਪਾਰਟੀ ਨੂੰ ਕੇਵਲ ਇੱਕ ਆਦਮੀ ਦੀ ਚਿੰਤਾ ਹੈ। ਕਿਹਦੀ ਚਿੰਤਾ ਹੈ? L1 ਹੋਲਸੇਲਰ ਦੀ। ਨਾ ਰਿਟੇਲਰ ਦੀ ਚਿੰਤਾ ਹੈ, ਨਾ ਇੰਡਸਟਰੀ ਦੀ ਚਿੰਤਾ ਹੈ, ਨਾ ਛੋਟੇ ਦੁਕਾਨਦਾਰ ਦੀ, ਨਾ ਵੱਡੇ ਦੀ, ਪਰ L1 ਦੀ। ਬਾਕੀ ਸਾਰਿਆਂ ਦੇ ਵਾਸਤੇ ਉਹਨਾਂ ਦਾ ਨੁਕਸਾਨ ਹੋਵੇ, ਫਾਇਦਾ ਹੋਵੇ, ਅਸੀਂ ਕੀ ਲੈਣਾ ਬਈ? ਵਪਾਰ ਆ, ਬਿਲਕੁਲ ਠੀਕ ਗੱਲ। ਸਰਕਾਰ ਨੇ ਕੀ ਲੈਣਾ? ਵਪਾਰ ਆ। ਲੇਕਿਨ ਕਹਿੰਦੇ ਜੀ L1 ਵਾਲੀ ਦੀ ਸਾਨੂੰ ਚਿੰਤਾ ਬਹੁਤ ਆ। ਦੇਖੋ, ਉਹਦਾ ਨੁਕਸਾਨ ਨਹੀਂ ਹੋਣਾ ਚਾਹੀਦਾ, ਉਹਨੂੰ 12% ਪ੍ਰੋਫਿਟ ਪੱਕਾ ਮਿਲਣਾ ਚਾਹੀਦਾ। 12% ਪ੍ਰੋਫਿਟ ਉਹਨੂੰ ਪੱਕਾ ਮਿਲਣਾ ਚਾਹੀਦਾ। ਇਹ ਲਿਖਿਆ ਹੈ ਪ੍ਰੋਫਿਟ ਮਾਰਜਨ ਫॉर L1। ਕਿਸੇ ਦਾ ਨਹੀਂ ਲਿਖਿਆ ਪ੍ਰੋਫਿਟ ਮਾਰਜਨ, ਹੋਰ ਕੇਵਲ ਇੱਕ ਬੰਦੇ ਵਾਸਤੇ ਲਿਖਿਆ L1 ਦਾ ਪ੍ਰੋਫਿਟ ਮਾਰਜਨ ਕੀ ਹੋਊਗਾ? 12%। ਇਹ ਪ੍ਰੋਫਿਟ ਮਾਰਜਨ ਕਿਹਨੂੰ ਦਿੱਤਾ ਗਿਆ ਹੈ? ਮੈਂ ਇਹ ਕੱਲ ED ਨੂੰ ਔਰ CBI ਨੂੰ ਇਹਦੀ ਸ਼ਿਕਾਇਤ ਕੀਤੀ ਆ। ਮੈਂ ਤੇ ਮੂੰਹ ਜ਼ਬਾਨੀ ਨਹੀਂ ਗੱਲਾਂ ਕਰ ਰਿਹਾ, ਮੈਂ ਜਾਣਕਾਰੀ ਦਿੱਤੀ, ਉਹ ਮੈਂ ਜਾਣਕਾਰੀ ਬਾਅਦ ਚ ਆਉਣਾ ਹੈ। ਇਹ ਪ੍ਰੋਫਿਟ ਕਿਹਨੂੰ ਹੋਊਗਾ? ਜੇ ਦੋ ਬੰਦਿਆਂ ਨੂੰ ਕੰਮ ਦਿੱਤਾ ਗਿਆ, 80% ਮੈਨੂਫੈਕਚਰਿੰਗ ਜਿਹੜੀ ਆ ਉਹ ਦੋ ਕੰਪਨੀਆਂ ਦੇ ਕੋਲ ਆ ਸ਼ਰਾਬ ਦੀ। ਪੂਰੀ ਜਿੰਨੀਆਂ ਸ਼ਰਾਬ ਦੀ ਬਣਦੀਆਂ ਨੇ ਬ੍ਰਾਂਡ, ਉਹ ਦੋ ਕੰਪਨੀਆਂ ਦਾ ਕੰਮ, ਦੋ ਅਗਲੀਆਂ ਫਾਰਵਰਡ ਫੈਕਟਰੀਆਂ ਦਾ ਕੰਮ ਦੋ ਕੰਪਨੀਆਂ ਨੂੰ ਦਿੱਤਾ ਗਿਆ। ਔਰ ਉਹ ਕੰਪਨੀਆਂ ਜਿਹੜੀਆਂ ਨੇ ਬ੍ਰਿੰਡਕੋ ਤੇ ਇੰਡਕੋ ਸਪਿਰਿਟ, ਇਹਨਾਂ ਨੂੰ ਕੰਮ ਦਿੱਤਾ ਗਿਆ। ਮੇਰਾ ਇਹ ਕਹਿਣਾ ਹੈ ਮਨੋਜ ਰਾਏ ਜਿਹੜਾ ਕਿ ਇੱਕ ਕੰਪਨੀ ਜਿਹੜੀ ਫੈਕਟਰੀ ਆ ਪਰਨੋਏ ਰਿਕਰਡ, ਉਹਦਾ EMPLOYE ਆ, ਉਸ ਦੇ ਅੰਦਰ ਉਸਨੇ ਪਾਲਿਸੀ ਡਰਾਫਟ ਕਰਾਈ। ਪੰਜਾਬ ਦੀ ਪਾਲਿਸੀ ਡਰਾਫਟ ਕਰਾਉਣ ਵਾਸਤੇ ਇਹ ਦਿੱਲੀ ਚ ਆਏ। ਦਿੱਲੀ ਚ ਮਨੀਸ਼ ਸਿਸੋਦੀਆ ਦੇ ਘਰ ਮੀਟਿੰਗ ਹੋਈ। ਮੈਨੂੰ ਲੱਗਦਾ ਮੇਰੀ ਆਵਾਜ਼ ਉਧਰੋਂ ਫੋਨ ਕੱਟ ਗਿਆ, ਫੋਨ ਕਹਿਣਾ ਦੇ ਦੇंगे। ਮਨੀਸ਼ ਸਿਸੋਦੀਆ ਦੀ ਘਰ ਮੀਟਿੰਗ ਹੋਈ। ਆਵਾਜ਼ ਆ ਰਹੀ। ਮੇਰਾ ਸਵਾਲ ਬੜਾ ਸਿੰਪਲ ਜਿਹਾ ਹੈ। ਹੁਣ ਇਹ ਪੰਜਾਬ ਦੀ ਪਾਲਿਸੀ ਦੀ ਮੈਂ ਤੁਹਾਨੂੰ ਦੱਸਾਂ, ਆਹ ਪੰਜਾਬ ਦੀ ਪਾਲਿਸੀ ਆ। ਪੰਜਾਬ ਦੀ ਪਾਲਿਸੀ ਅੰਦਰ ਵੀ ਇਹੀ ਕੰਮ ਕੀਤਾ ਹੈ। ਸਿਰਫ ਇੱਕ ਬੰਦੇ ਦੀ ਚਿੰਤਾ ਕੀਤੀ ਆ, ਨਾ ਹੋਲਸੇਲਰ ਦੀ ਆ, ਨਾ ਰਿਟੇਲਰ ਦੀ ਆ, ਨਾ ਇੰਡਸਟਰੀ ਦੀ ਆ, ਨਾ ਛੋਟੇ ਦੁਕਾਨਦਾਰ ਦੀ ਆ। ਕਹਿੰਦੇ ਸਾਨੂੰ ਇੱਕ ਬੰਦੇ ਦੀ ਚਿੰਤਾ ਹੈ ਜੀ ਪੰਜਾਬ 'ਚ ਵੀ, L1 ਜੀ ਦੇ ਕੋਲ ਆ, ਉਹਦੀ ਸਾਨੂੰ ਚਿੰਤਾ ਹੈ। ਉਹਨੂੰ ਕੀ ਕਰਨਾ ਹੈ ਜੀ? ਕਹਿੰਦੇ ਯਾਰ ਉਹਨੂੰ ਨਾ 10% ਪੱਕਾ ਮਾਰਜਨ ਦਿਓ, 10% ਪੱਕਾ ਮਾਰਜਨ ਹੋਏਗਾ। ਉਦੋਂ ਰੋਲ ਕੋਈ ਨਹੀਂ, ਉਹਨੇ ਕੋਈ ਸ਼ਟਰ ਨਹੀਂ ਖੋਲਣੇ, ਉਹਨੇ ਕੋਈ ਦੁਕਾਨਾਂ ਨਹੀਂ ਖੋਲਣੀਆਂ, ਉਹਨੇ ਕੁਝ ਨਹੀਂ ਕਰਨਾ। ਉਹਨੇ ਉਧਾਰ ਮਾਲ ਲਿਆਉਣਾ ਹੈ ਤੇ ਨਗਦ ਵੇਚਣਾ ਹੈ। ਉਹਦੀ ਚਿੰਤਾ ਆਮ ਆਦਮੀ ਪਾਰਟੀ ਨੂੰ ਆ। ਕਿਉਂ ਆ ਜੀ 10% ਕਿਉਂ ਮਾਰਜਨ ਦੇਣਾ ਜੀ? ਤੁਸੀਂ ਉਹਨਾਂ ਨੂੰ ਕੀ ਰਿਸ਼ਤੇਦਾਰੀ ਹੈ ਤੁਹਾਡੀ ਉਹਨਾਂ ਨਾਲ? ਸੇਮ ਉਹੀ ਕੰਪਨੀਆਂ ਨੂੰ ਦੁਬਾਰਾ ਕੰਮ ਇੱਥੇ ਦਿੱਤਾ ਜਾਏਗਾ। ਸੋ ਮੇਰਾ ਕਹਿਣਾ, ਕਿਉਂਕਿ ਮੈਨੂੰ ਤੁਹਾਡੀ ਆਵਾਜ਼ ਨਹੀਂ ਆ ਪਾ ਰਹੀ, ਮੈਂ ਮਾਫੀ ਚਾਹੁੰਦਾ ਹੈ, ਵਿੱਚੋਂ ਲਾਈਨ ਕੱਟ ਗਈ ਆ। ਮੈਂ ਆਪਣੀ ਗੱਲ ਤੁਹਾਨੂੰ ਜ਼ਰੂਰ ਦੱਸੀ ਆ। ਇਹ ਮੀਟਿੰਗ ਜਿਹੜੀ ਆ 30 ਤਰੀਕ ਨੂੰ ਸ਼ਾਮ ਨੂੰ 4 ਵਜੇ ਦਿੱਲੀ ਅੰਦਰ ਹੁੰਦੀ ਆ, ਮਨੀਸ਼ ਸਿਸੋਦੀਆ ਜੀ ਦੇ ਘਰ ਹੁੰਦੀ ਆ। ਉਸ ਮੀਟਿੰਗ ਦੇ ਅੰਦਰ ਬਹੁਤ ਸਾਰੇ ਉਹ ਲੋਕ ਨੇ ਜਿਹੜੇ ਪੰਜਾਬ ਸਰਕਾਰ ਤੋਂ ਗਏ ਨੇ, ਜਿਹਦੇ ਅੰਦਰ ETC, FCT ਔਰ ਫਾਈਨਾਂਸ ਮਿਨਿਸਟਰ, ਪਰ ਨਾਲ ਹੀ
ਉਹ ਵੀ ਲੋਕ ਵਿੱਚ ਬੈਠੇ ਨੇ ਬ੍ਰੋਕਰ, ਜਿਨ੍ਹਾਂ ਨੂੰ ਵਿੱਚ ਮੀਟਿੰਗ 'ਚ ਨਹੀਂ ਹੋਣਾ ਚਾਹੀਦਾ ਸੀਗਾ, ਜਿਨ੍ਹਾਂ ਦੇ ਇਸ ਕਾਫਲੇ ਨਾਲ ਕੋਈ ਵਾਸਤਾ ਨਹੀਂ। ਵਿਜੇ ਨਾਇਰ ਵਰਗੇ ਲੋਕ ਜਿਹੜੇ ਨੇ ਉਹ ਕਿਸ ਕੈਪੈਸਿਟੀ 'ਚ ਉਸ ਮੀਟਿੰਗ 'ਚ ਬੈਠੇ ਆ? ਮੇਰਾ ਇਹ ਜ਼ਰੂਰ ਸਵਾਲ ਆ ਭਗਵੰਤ ਮਾਨ ਜੀ ਨੂੰ ਔਰ ਮਨੀਸ਼ ਸਿਸੋਦੀਆ ਜੀ ਨੂੰ। ਤੇ ਯਾਰ ਬਿਲਕੁਲ ਸਵਾਲ ਤੁਸੀਂ ਚੱਕ ਰਹੇ ਹੋ, ਮਨਜਿੰਦਰ ਸਿਰਸਾ ਸਵਾਲ ਚੁੱਕ ਰਹੇ ਨੇ ਔਰ ਅਸੀਂ ਇੱਕ ਵਾਰ ਫਿਰ ਕੰਟੈਕਟ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਮੇਰੀ ਆਵਾਜ਼ ਉਹਨਾਂ ਤੱਕ ਨਹੀਂ ਪਹੁੰਚ ਪਾ ਰਹੀ। ਹਾਲਾਂਕਿ ਉਹਨਾਂ ਦੀ ਆਵਾਜ਼ ਜਿਹੜੀ ਹੈਗੀ ਸਾਡੇ ਤੱਕ ਪਹੁੰਚ ਰਹੀ ਸੀ ਔਰ ਉਹਨਾਂ ਨੇ ਜਿਹੜੇ ਆਬਜੈਕਸ਼ਨਸ ਜਿਹੜੀਆਂ ਨੇ ਉਹ ਚੁੱਕੀਆਂ ਨੇ। 40% ਆਮਦਨ ਵਧਣ ਦਾ ਜਿਹੜਾ ਹੈਗਾ ਸਰਕਾਰ ਦਾਅਵਾ ਕਰ ਰਹੀ ਹੈ। ਆਬਕਾਰੀ ਡਿਊਟੀ ਥੋਕ ਕੀਮਤ ਦੀ 1% ਹੋਵੇਗੀ। ਇਹ ਸਾਰੇ ਨਵੀਂ ਪਾਲਿਸੀ ਜਿਹੜੀ ਹੈਗੀ ਉਸ ਦੇ ਵਿੱਚ ਰੱਖੇ ਗਏ ਨੇ। PML ਤੇ 1% ਵਾਲਾ ਰੂਲ ਨਹੀਂ ਲਾਗੂ ਹੋਵੇਗਾ। ਇਹ ਸਾਰੇ ਤੱਥ ਵੀ ਅਸੀਂ ਦੱਸ ਰਹੇ। ਨੀਤੀ 9 ਮਹੀਨੇ ਲਾਗੂ ਰਹੇਗੀ। ਇਹ ਸਾਰੀਆਂ ਗੱਲਾਂ ਸਰਕਾਰ ਦੇ ਦਾਅਵੇ ਦੇ ਵਿੱਚ ਨੇ, ਪਰ ਮਨਜਿੰਦਰ ਸਿਰਸਾ ਕਹਿ ਰਹੇ ਨੇ ਕਿ L1 ਦਾ ਜਿਹੜਾ ਵਪਾਰੀ ਹੈਗਾ, L1 ਵਾਲੇ ਦੀ ਫਿਕਰ ਸਰਕਾਰ ਨੂੰ ਸਭ ਤੋਂ ਵੱਧ, ਨਾ ਹੋਲਸੇਲਰ ਦੀ ਫਿਕਰ ਹੈਗੀ ਹੈ ਨਾ ਬਾਕੀ ਕਿਸੇ ਦੀ ਫਿਕਰ ਹੈ। ਸਿਰਸਾ ਸਾਹਿਬ, ਜੇਕਰ ਮੇਰੀ ਆਵਾਜ਼ ਤੁਹਾਡੇ ਤੱਕ ਆ ਪਾ ਰਹੀ ਹੈ, ਤੁਸੀਂ ਕਹਿ ਰਹੇ ਹੋ ਕਿ ਮੀਟਿੰਗ ਜਿਹੜੀ ਹੈਗੀ ਉਹ ਮਨੀਸ਼ ਸਿਸੋਦੀਆ ਦੇ ਘਰ ਹੋਈ ਹੈ, ਉੱਥੇ ਬਹਿ ਕੇ ਸਾਰੀ ਪਾਲਿਸੀ ਡਰਾਫਟ ਕੀਤੀ ਗਈ ਹੈ। ਤੁਸੀਂ ਇੱਕ ਦਾਅਵਾ ਇਹ ਵੀ ਕੀਤਾ ਹੈ ਕਿ ਜੇਕਰ ਮੈਂ ਝੂਠ ਬੋਲ ਰਿਹਾ ਹਾਂ ਤਾਂ ਫਿਰ ਮੇਰੇ ਤੇ ਕੇਸ ਕਰਨ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ। ਬੜਾ ਸਟਰੋਂਗ ਦਾਅਵਾ ਤੁਹਾਡਾ ਨਜ਼ਰ ਆ ਰਿਹਾ ਹੈ ਕਿ ਸਬੂਤ ਵੀ ਨੇ ਇਸ ਗੱਲ ਦੇ ਕੁਝ ਨਾਲ, ਕਿਉਂਕਿ ਲਗਾਤਾਰ ਇਹ ਇਸ ਤਰੀਕੇ ਦੇ ਜਦੋਂ ਇਲਜ਼ਾਮ ਲੱਗਦੇ ਨੇ ਤਾਂ ਸਵਾਲ ਇਹੀ ਉੱਠਦੇ ਨੇ ਕਿ ਸਬੂਤ ਕੀ ਨੇ। ਮਨਜਿੰਦਰ ਸਿਰਸਾ ਨੂੰ ਅਸੀਂ ਮੁੜ ਕੰਟੈਕਟ ਕਰਨ ਦੀ ਕੋਸ਼ਿਸ਼ ਕਰਾਂਗੇ, ਉਹ ਸਾਡੇ ਨਾਲ ਬਣਨਗੇ, ਉਹਨਾਂ ਦੇ ਨਾਲ ਗੱਲ ਕਰਾਂਗੇ। ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਨਵੀਂ ਐਕਸਾਈਜ਼ ਪਾਲਿਸੀ ਤੋਂ ਬਾਅਦ ਸ਼ਰਾਬ 35 ਤੋਂ 60% ਤੱਕ ਜਿਹੜਾ ਹੈਗਾ ਉਹ ਸਸਤੀ ਹੋ ਸਕਦੀ ਹੈ ਤੇ ਸ਼ਰਾਬ ਦਾ ਕੋਟਾ ਓਪਨ ਕਰਨ ਤੋਂ ਬਾਅਦ ਅੰਗਰੇਜ਼ੀ ਸ਼ਰਾਬ ਤੇ ਬੀਅਰ ਦੇ ਰੇਟ 1 ਜੁਲਾਈ ਤੋਂ ਘੱਟ ਹੋ ਜਾਣਗੇ। ਐਕਸਾਈਜ਼ ਅਫਸਰਾਂ ਦੇ ਮੁਤਾਬਿਕ ਹਰਿਆਣਾ ਦੇ ਮੁਕਾਬਲੇ ਪੰਜਾਬ ਵਿੱਚ 10 ਤੋਂ 15% ਤੱਕ ਸ਼ਰਾਬ ਜਿਹੜੀ ਹੈਗੀ ਉਹ ਸਸਤੀ ਮਿਲੇਗੀ। ਪੰਜਾਬ ਵਿੱਚ ਬੀਅਰ ਦੀਆਂ ਕੀਮਤਾਂ ਹਜੇ 180 ਤੋਂ 200 ਰੁਪਏ ਫੀ ਬੋਟਲ ਨੇ, ਜਿਹੜੀ 120 ਤੋਂ 130 ਤੱਕ ਹੋ ਸਕਦੀਆਂ ਨੇ ਤੇ ਇਹ ਨੀਤੀ 9 ਮਹੀਨੇ ਲਾਗੂ ਰਹਿਣ ਵਾਲੀ ਹੈ। ਚੰਡੀਗੜ੍ਹ ਦੇ ਵਿੱਚ 120 ਤੋਂ 150 ਰੁਪਏ ਤੱਕ ਬੀਅਰ ਦਾ ਰੇਟ ਹੈਗਾ ਤੇ ਇਸੇ ਤਰੀਕੇ ਭਾਰਤ ਵਿੱਚ ਬਣੀ ਹੋਈ ਵਿਦੇਸ਼ੀ ਸ਼ਰਾਬ ਜਿਸ ਨੂੰ IMFL ਕਿਹਾ ਜਾਂਦਾ ਹੈ, ਉਸ ਦੀ ਕੀਮਤ ਪੰਜਾਬ ਵਿੱਚ ਹਜੇ 700 ਰੁਪਏ ਹੈ, ਇਹ 400 ਰੁਪਏ ਤੱਕ ਜਾ ਸਕਦੀ ਹੈ ਔਰ ਚੰਡੀਗੜ੍ਹ ਵਿੱਚ ਇਸ ਦਾ ਰੇਟ ਜਿਹੜਾ ਹੈਗਾ ਉਹ 510 ਰੁਪਏ ਹੈਗਾ। ਮਾਨ ਸਰਕਾਰ ਨੇ ਪੰਜਾਬ ਦੇ ਵਿੱਚ ਸ਼ਰਾਬ ਦੇ ਗਰੁੱਪ 750 ਤੋਂ ਹਟਾ ਕੇ 177 ਕੀਤੇ ਨੇ ਤੇ ਇੱਕ ਗਰੁੱਪ ਹੁਣ 30 ਕਰੋੜ ਦਾ ਹੋਏਗਾ। ਪਹਿਲਾਂ ਇਹ 4 ਕਰੋੜ ਰੁਪਏ ਦਾ ਸੀਗਾ। ਇਹ ਵੀ ਦਾਅਵੇਦਾਰੀ ਜਿਹੜੀ ਹੈਗੀ ਉਹ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਇਹਨਾਂ ਦਾ ਟੈਂਡਰ ਆਕਸ਼ਨ ਹੋਵੇਗਾ। ਪਹਿਲਾਂ ਡਰਾ ਦੇ ਰਾਹੀਂ ਲਾਇਸੈਂਸ ਦਿੱਤੇ ਜਾਂਦੇ ਸੀਗੇ। ਡਿਸਟਿਲਰੀਜ਼, ਲਿਕਰ ਡਿਸਟ੍ਰੀਬਿਊਟਰ ਅਤੇ ਠੇਕੇ ਇੱਕ ਦੂਜੇ ਤੋਂ ਵੱਖ ਕੀਤੇ ਗਏ ਨੇ। ਪਹਿਲਾਂ ਇਹ ਖੁਦ ਹੀ ਸ਼ਰਾਬ ਵੇਚ ਰਹੇ ਸੀਗੇ। ਸਰਕਾਰ ਨੇ ਸੂਬੇ ਵਿੱਚ ਨਵੀਂ ਡਿਸਟਿਲਰੀ ਖੋਲਣ ਤੇ ਲੱਗੀ ਰੋਕ ਵੀ ਹਟਾ ਦਿੱਤੀ ਹੈ। ਸਰਕਾਰ ਨੇ ਇਸ ਤੋਂ ਪਹਿਲਾਂ 6158 ਕਰੋੜ ਦੇ ਮੁਕਾਬਲੇ 9647 ਕਰੋੜ ਰੁਪਏ ਦੀ ਕਮਾਈ ਦਾ ਟਾਰਗੇਟ ਰੱਖਿਆ ਹੈ। ਲੰਘੇ ਵਰੇ 6158 ਕਰੋੜ ਰੁਪਏ ਕਮਾਈ ਸੀਗੀ ਸਰਕਾਰ ਨੇ ਤੇ ਹੁਣ ਕਮਾਈ ਦਾ ਟਾਰਗੇਟ ਜਿਹੜਾ ਹੈਗਾ ਉਹ 9647 ਕਰੋੜ ਹੈਗਾ, ਜੋ ਸਰਕਾਰ ਜਿਹੜੀ ਹੈਗੀ ਦਾਅਵਾ ਕਰ ਰਹੀ ਹੈ। ਮਾਨ ਸਰਕਾਰ ਦਾ ਦਾਅਵਾ ਹੈ ਕਿ ਪੰਜਾਬ ਵਿੱਚ ਸ਼ਰਾਬ ਸਸਤੀ ਹੋਣ ਦੇ ਨਾਲ ਤਸਕਰੀ ਤੇ ਰੋਕ ਲੱਗ ਜਾਵੇਗੀ। ਹਰਿਆਣਾ ਤੇ ਚੰਡੀਗੜ੍ਹ ਤੋਂ ਪੰਜਾਬ ਦੇ ਵਿੱਚ ਸ਼ਰਾਬ ਦੀ ਤਸਕਰੀ ਹੁੰਦੀ ਹੈ, ਉਸ ਤੇ ਰੋਕ ਲਾਵਾਂਗੇ। ਇਹ ਤਸਕਰੀ ਜੇਕਰ ਰੁਕੇਗੀ ਤਾਂ ਪੰਜਾਬ ਸਰਕਾਰ ਦਾ ਰੈਵਨਿਊ ਜਿਹੜਾ ਹੈਗਾ, ਮਾਲੀਆ ਜਿਹੜਾ ਹੈਗਾ ਉਹ ਵਧੇਗਾ। ਸ਼ਰਾਬ ਬਣਾਉਣ ਵਾਲੇ ਥੋਕ ਵਿਕਰੇਤਾ ਤੇ ਠੇਕੇ ਵਾਲਿਆਂ ਵਿੱਚ ਦੂਰੀ ਬਣੇਗੀ, ਜਿਸ ਦੇ ਨਾਲ ਸ਼ਰਾਬ ਦੇ ਕਾਰੋਬਾਰ ਦੇ ਵਿੱਚ ਮਾਫੀਆ ਦਾ ਗਠਜੋੜ ਜਿਹੜਾ ਹੈਗਾ ਟੁੱਟੇਗਾ। ਇਹ ਸਰਕਾਰ ਦਾਅਵਾ ਕਰ ਰਹੀ ਹੈ। ਮਨਜਿੰਦਰ ਸਿਰਸਾ ਸਾਹਿਬ ਸਾਡੇ ਨਾਲ ਜੁੜ ਰਹੇ ਨੇ। ਸਿਰਸਾ ਸਾਹਿਬ, ਜੇਕਰ ਮੇਰੀ ਆਵਾਜ਼ ਆ ਰਹੀ ਹੈ, ਸਿਆਸਤ ਦੇ ਵਿੱਚ ਅਕਸਰ ਇਹ ਸਵਾਲ ਪੁੱਛੇ ਜਾਂਦੇ ਆ ਕਿ ਜਦੋਂ ਤੁਸੀਂ ਬੜਾ ਸਟਰੋਂਗ ਇਲਜ਼ਾਮ ਲਾਇਆ ਕਿ ਮਨੀਸ਼ ਸਿਸੋਦੀਆ ਦੇ ਘਰ ਮੀਟਿੰਗ ਹੋਈ, ਉੱਥੇ ਬਹਿ ਕੇ ਸਾਰੀ ਪਾਲਿਸੀ ਤਿਆਰ ਹੋਈ, ਇੱਕ ਬੜਾ ਇਲਜ਼ਾਮ ਅਕਸਰ ਹੁੰਦਾ ਜਦੋਂ ਇਸ ਤਰੀਕੇ ਦੇ ਸਵਾਲ ਉੱਠਦੇ ਨੇ ਕਿ ਤੁਹਾਡੇ ਕੋਲ ਕੋਈ ਸਬੂਤ ਹੈਗਾ ਇਸ ਗੱਲ ਦਾ? ਜੀ, ਮੈਂ ਨਾਮ ਲੈ ਕੇ ਦੱਸਿਆ ਕੌਣ ਮੀਟਿੰਗ ਸੀਗੇ। ਉਹ ਇੱਕ ਵਾਰ ਡਿਨਾਈ ਕਰ ਦੇਣਾ ਸੀ ਮੀਟਿੰਗ 'ਚ ਨਹੀਂ ਸੀ, ਮੈਂ ਸਬੂਤ ਦਊਂਗਾ ਔਰ ਵੀਡੀਓਗ੍ਰਾਫੀ ਦੇ ਸਪੋਰਟ ਦਊਂਗਾ। ਕੋਈ ਇੱਕ ਬੰਦਾ ਡਿਨਾਈ ਕਰਕੇ ਦਿਖਾ ਦੇਵੇ। ਮੈਂ ਤੁਹਾਨੂੰ ਖਾਲੀ ਤਰੀਕਾ ਨਹੀਂ ਦੱਸੂਗਾ, ਮੈਂ ਤੁਹਾਨੂੰ ਉਸ ਤੋਂ ਅਗਲੀ ਮੀਟਿੰਗਾਂ ਦੀ ਵੀ ਡਿਟੇਲ ਦਊਂਗਾ। ਉਸ ਤੋਂ ਬਾਅਦ ਕੌਣ ਕਿਹੜਾ ਮੀਟਿੰਗ 'ਚ ਬੈਠਾ ਉਹਦੀ ਵੀ ਡਿਟੇਲ ਦਊਂਗਾ। ਮੈਂ ਕੇਵਲ ਤੁਹਾਨੂੰ ਅਜੇ ਇੱਕ ਇੰਸਟੈਂਸ ਦੱਸਿਆ ਹੈ। 30 ਤਰੀਕ ਦੀ ਮੀਟਿੰਗ ਫਾਈਨਲ ਨਹੀਂ ਸੀਗੀ, ਇਸ ਤੋਂ ਬਾਅਦ ਵੀ ਮੀਟਿੰਗ ਹੋਈ ਆ। 30 ਤਰੀਕ ਤੋਂ ਬਾਅਦ ਵੀ ਮੀਟਿੰਗ ਹੋਈ ਆ, ਪਰ ਮੈਂ ਇਸ ਕਰਕੇ ਕਹਿ ਰਿਹਾ ਕਿ ਅਗਰ ਮੇਰੀ ਗੱਲ ਗਲਤ ਹੈ ਤਾਂ ਆ ਕੇ ਜਵਾਬ ਤੇ ਦੇਣ। ਔਰ ਮੇਰਾ ਇੱਕ ਬੜਾ ਸਵਾਲ ਜਿਹਾ ਤੁਹਾਨੂੰ, ਤੁਸੀਂ ਹੁਣ ਪਾਲਿਸੀ ਪਾਲਿਸੀ ਪੜ੍ਹ ਕੇ ਸੁਣਾ ਰਹੇ ਸੀ ਉਹਨਾਂ ਦੀ, ਬੜਾ ਇੱਕ ਸਿੰਪਲ ਜਿਹਾ ਮੇਰਾ ਸਵਾਲ ਆ ਜੀ। ਤੁਸੀਂ ਸਾਰੀ ਪਾਲਿਸੀ ਨੂੰ ਕੰਘਾਲ ਕੇ ਦੇਖ ਲਓ, ਸਵਾਏ ਇੱਕ L1 ਦੇ ਇਹਨਾਂ ਨੂੰ ਕਿਸੇ ਦੀ ਚਿੰਤਾ ਨਹੀਂ ਗੀ। ਜਾਂ ਤੇ ਕਹਿੰਦੇ ਜੀ ਵੀ ਸਾਨੂੰ ਬੜੀ ਅੱਛੀ ਗੱਲ ਆ, ਅਸੀਂ ਪੰਜਾਬ ਦੇ ਛੋਟੇ ਦੁਕਾਨਦਾਰਾਂ ਨੂੰ ਪ੍ਰਮੋਟ ਕਰਨਾ ਹੈ, ਅਸੀਂ ਚਾਹੁੰਦੇ ਹਾਂ ਕਿ ਹਜ਼ਾਰਾਂ ਬੰਦੇ ਕਾਰੋਬਾਰ ਛੋਣ, ਵੱਧ ਤੋਂ ਵੱਧ ਲੋਕਾਂ ਨੂੰ ਇਹਦਾ ਲਾਹਾ ਮਿਲੇ, ਇਹ ਕਾਰਟਲ ਬਣ ਕੇ ਇੱਕ ਬੰਦਾ ਇਹਦੀ ਲੰਬਾਈ ਨਾਲ ਲੁੱਟ ਕੇ ਲੈ ਕੇ ਜਾਵੇ। ਇਹੀ ਤੇ ਕਹਿੰਦੇ ਸੀ ਸ਼ਰਾਬ ਮਾਫੀਆ। ਅੱਜ ਇਹ ਖੁਦ ਸ਼ਰਾਬ ਮਾਫੀਆ ਪੈਦਾ ਕਰਦੇ ਪਏ ਆ। ਦਿੱਲੀ ਦੇ ਅੰਦਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ, ਕੇਵਲ 2 ਲੋਕਾਂ ਦੇ ਕੋਲ 80% ਕੰਮ ਦਿੱਤਾ, ਬ੍ਰਿੰਡਕੋ ਨੂੰ ਤੇ ਇੰਡੋ ਸਪਿਰਿਟ ਨੂੰ। ਤੁਸੀਂ ਦੱਸੋ ਕਿਉਂ ਤੁਸੀਂ ਬਾਕੀਆਂ ਦੇ ਗੱਲ ਕੁੱਟਿਆ ਜੀ? ਇੱਕ ਸਧਾਰਨ ਬੰਦਾ ਕੰਮ ਕਰਨਾ ਚਾਹੁੰਦਾ, ਤੁਸੀਂ ਉਹਨੂੰ ਕਿਉਂ ਰੋਕਦੇ ਪਏ ਜੇ? ਫਿਰ ਤੁਹਾਨੂੰ ਕੀ ਚਿੰਤਾ ਕਿ ਤੁਸੀਂ ਬ੍ਰਿੰਡਕੋ ਔਰ ਇੰਡੋ ਸਪਿਰਿਟ ਨੂੰ 12% ਪ੍ਰੋਫਿਟ ਦੇਣਾ ਚਾਹੁੰਦੇ ਜੇ?
ਲੋਕਾਂ ਦੀ ਹਾਰਡ ਐਂਡ ਮਨੀ ਆ ਬਾਈ, ਅਗਲੇ ਦਾ ਕੰਮ ਕਰਨ ਨੂੰ ਜੀ ਕਰਦਾ ਕਰੇ, ਨਹੀਂ ਕਰਦਾ ਦਫਾ ਹੋਵੇ। ਤੁਹਾਨੂੰ ਕੀ ਸਿਰਦਰਦੀ ਆ? ਭਾਵੇਂ ਉਹ 0% ਮਾਰਜਨ ਤੇ ਕੰਮ ਕਰੇ, ਹਾਊ ਆਰ ਯੂ ਕੰਸਰਨਡ? ਤੁਸੀਂ ਉਹਨੂੰ 12% ਫਿਕਸ ਪ੍ਰੋਫਿਟ ਕਿਉਂ ਦੇਣਾ ਚਾਹੁੰਦੇ ਜੇ? ਦੱਸੋ ਮੇਰੀ ਗੱਲ ਗਲਤ ਹੈ ਠੀਕ ਆ ਜੀ? ਇਹ ਸਵਾਲ ਹੈਗਾ ਹੈ ਕਿ ਇੱਕ ਪਾਰਟਿਕੂਲਰ ਸੈਗਮੈਂਟ ਨੂੰ ਫਿਕਸ ਪ੍ਰੋਫਿਟ ਸਰਕਾਰ ਕਿਵੇਂ ਡਿਫਾਈਨ ਕਰ ਸਕਦੀ ਜਦ ਕਿ ਗੱਲ ਬਿਜ਼ਨਸ ਦੀ ਹੋ ਰਹੀ ਹੈ। ਇਹ ਆਪਣੇ ਆਪ ਹੀ ਸਵਾਲ ਹੈਗਾ। ਬਹੁਤ ਬਹੁਤ ਸ਼ੁਕਰੀਆ ਮਨਜਿੰਦਰ ਸਿਰਸਾ ਸਾਹਿਬ ਸਾਡੇ ਨਾਲ ਗੱਲ ਕਰਨ ਦੇ ਲਈ। ਤੇ ਤੁਸੀਂ ਸਵਾਲ ਜਿਹੜੇ ਖੜੇ ਕੀਤੇ ਨੇ, ਅਸੀਂ ਇਹ ਆਸ ਕਰ ਸਕਦੇ ਹਾਂ ਕਿ ਸਰਕਾਰ ਦੇ ਪਾਸੋਂ ਇਸ ਦਾ ਜਵਾਬ ਜਿਹੜਾ ਹੈਗਾ ਉਹ ਦਿੱਤਾ ਜਾਵੇ। ਜਿਹੜੇ ਸਵਾਲ ਤੁਸੀਂ ਚੱਕ ਰਹੇ ਹੋ, ਪਾਲਿਸੀ ਨੂੰ ਲੈ ਕੇ ਤੁਸੀਂ ਸਵਾਲ ਚੱਕੇ ਨੇ, ਔਰ ਦਾਅਵੇ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਮੀਟਿੰਗ ਹੋਈ ਹੈ ਮਨੀਸ਼ ਸਿਸੋਦੀਆ ਦੇ ਘਰ ਹੋਈ ਹੈ, ਔਰ ਬਕਾਇਦਾ ਤੁਹਾਡੇ ਕੋਲ ਸਬੂਤ ਨੇ, ਵੀਡੀਓਗ੍ਰਾਫੀ ਦਾ ਸਬੂਤ ਵੀ ਹੈਗਾ, ਔਰ ਬਕਾਇਦਾ ਨਾਵਾਂ ਦੀ ਡਿਟੇਲ ਵੀ ਹੈਗੀ ਹੈ ਕੌਣ-ਕੌਣ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਸੀਗੇ। ਮਨਜਿੰਦਰ ਸਿਰਸਾ ਬੀਜੇਪੀ ਆਗੂ ਸਾਡੇ ਨਾਲ ਗੱਲ ਕਰ ਰਹੇ ਸੀਗੇ। ਪੰਜਾਬ ਸਰਕਾਰ ਦੀ ਨਵੀਂ ਆਬਕਾਰੀ ਪਾਲਿਸੀ ਤੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ। 40% ਆਮਦਨ ਹੋਣ ਦਾ ਦਾਅਵਾ ਜਿਹੜਾ ਹੈਗਾ ਉਹ ਦਾਅਵਾ ਸਰਕਾਰ ਕਰ ਰਹੀ ਹੈ, ਪਰ ਉਸ ਸਭ ਤੇ ਸਵਾਲ ਖੜੇ ਹੋ ਰਹੇ ਨੇ। ਇੱਕ ਛੋਟੇ ਜਿਹੇ ਬ੍ਰੇਕ ਲਈ ਇੱਥੇ ਰੁਕਾਂਗੇ। ਬ੍ਰੇਕ ਤੋਂ ਬਾਅਦ ਵੀ ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ।